ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਸ਼ਹਿਰੀ ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਕੈਨੇਡੀਅਨ ਲੇਬਰ ਬਾਜ਼ਾਰ ਨੇ ਸਾਲ ਦੇ ਅਖੀਰ ਰਿਪੋਰਟ ਦੇ ਵਿੱਚ ਆਰਥਿਕਤਾ ਨੂੰ ਦੱਸਿਆ ਮਜ਼ਬੂਤ। 104,000 ਨੌਕਰੀਆਂ ਹੋਰ ਜੋੜਨ ਦਾ ਦਾਅਵਾ। ਪ੍ਰੀ ਫਲਾਈਟ ਕੋਵਿਡ ਟੈਸਟਿੰਗ ਨੂੰ BC ਦੇ ਸਿਹਤ ਮੰਤਰੀ ਈਟ'ਚ ਨੇ ਕਿਹਾ ਸਹੀ ਫੈਸਲਾ। ਬਾਕੀ ਦੇਸ਼ਾਂ ਦਾ ਹਵਾਲਾ ਦਿੰਦੇ 1 ਮਹੀਨੇ ਵਿੱਚ ਮਾਮਲੇ ਰਿਵਿਊ ਕਰਨ ਦੀ ਕਹੀ ਗੱਲ। ਸਰੀ ਮੇਅਰ ਬ੍ਰੈਂਡਾ ਲੌਕ ਦਾ ਸਰੀ ਪੁਲਿਸ ਸਰਵਿਸ ਟਰਾਂਸਮਿਸ਼ਨ ਤੇ ਬਿਆਨ। ਕਿਹਾ ਜੇ ਫਰਨਵਰਥ ਨੇ ਸਰੀ ਪੁਲਿਸ ਸੇਵਾ ਨੂੰ ਦਿੱਤਾ ਥੰਬਸ ਅਪ ਤਾਂ ਪ੍ਰਾਪਰਟੀ ਟੈਕਸ ਦੇ ਵਿੱਚ ਹੋਵੇਗਾ 55% ਦੀ ਵਾਧਾ। ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਸਰੀ ਤੋਂ ਖਬਰ, ਜਿਸ ਦੇ ਉੱਤੇ ਕਾਫੀ ਸਮੇਂ ਤੋਂ ਸਿਆਸਤ ਚੱਲ ਰਹੀ ਹੈ। ਹੋਰ ਤਾਂ ਹੋਰ ਮੇਅਰ ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਇਸੇ ਮੁੱਦੇ ਨੂੰ ਆਧਾਰ ਬਣਾ ਕੇ ਹੀ ਲੜੀਆਂ ਗਈਆਂ। ਮੇਅਰ ਬ੍ਰੈਂਡਾ ਲੋਕ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਦਾ ਤਬਾਦਲਾ ਜਾਰੀ ਰਹਿੰਦਾ ਹੈ ਤਾਂ ਸਰੀ ਟੈਕਸ ਦਾਤਾਵਾਂ ਨੂੰ ਪ੍ਰਾਪਰਟੀ ਟੈਕਸ ਵਿੱਚ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਆਮ ਟੈਕਸਦਾਰ ਵਾਧੇ ਤੋਂ ਇਲਾਵਾ ਬ੍ਰੈਂਡਾ ਲੋਕ ਨੇ ਕਿਹਾ ਹੈ ਕਿ ਜੇਕਰ ਤਬਦੀਲੀ ਜਾਰੀ ਰਹਿੰਦੀ ਹੈ ਤੇ ਜੇਕਰ ਫਰਨਵਰਥ ਨੇ ਸਰੀ ਪੁਲਿਸ ਸੇਵਾ ਨੂੰ ਥੰਬਸ ਅਪ ਦਿੱਤਾ ਤਾਂ ਪ੍ਰਾਪਰਟੀ ਟੈਕਸ ਦੇ ਵਿੱਚ 55% ਦੀ ਵਾਧਾ ਹੋ ਸਕਦਾ ਹੈ। ਦਰਅਸਲ ਸਰੀ ਉਦੋਂ ਤੋਂ ਪੁਲਿਸ ਵਿਵਾਦ ਦੇ ਵਿੱਚ ਫਸਿਆ ਹੋਇਆ ਹੈ ਜਦੋਂ ਤੋਂ ਮੇਅਰ ਡਗ ਮਕੱਲਮ ਨੇ ਮਿਊਨਿਸਪਲ ਫੋਰਸ ਦੇ ਲਈ RCMP ਨੂੰ ਛੱਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਮੇਅਰ ਬ੍ਰੈਂਡਾ ਲੌਕ ਦਾ ਕਹਿਣਾ ਹੈ ਕਿ ਜੇਕਰ ਮਿਊਨਿਸਪਲ ਸੇਵਾ ਦੇ ਵਿੱਚ ਤਬਦੀਲੀ ਨੂੰ ਰੋਕਿਆ ਨਹੀਂ ਗਿਆ ਤਾਂ ਸਰੀ ਦੇ ਟੈਕਸ ਦਾਤਾਵਾਂ ਨੂੰ ਇੱਕ ਵਾਰ ਟੈਕਸ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸ਼ੁੱਕਰਵਾਰ ਨੂੰ ਇੱਕ ਬਿਆਨ ਦੇ ਵਿੱਚ ਬ੍ਰੈਂਡਾ ਲੌਕ ਨੇ ਕਿਹਾ ਹੈ ਕਿ ਪਿਛਲੇ ਮਹੀਨੇ ਕਾਉਂਸਲ ਨੂੰ ਸੌਂਪੀ ਗਈ ਸਟਾਫ ਰਿਪੋਰਟ ਦੇ ਵਿੱਚ ਦਿਖਾਇਆ ਗਿਆ ਹੈ ਕਿ RCMP ਤੋਂ ਸਰੀ ਪੁਲਿਸ ਸੇਵਾ ਦੇ ਵਿੱਚ ਤਬਦੀਲੀ ਲਈ RCMP ਨੂੰ ਅਧਿਕਾਰ ਖੇਤਰ ਦੀ ਪੁਲਿਸ ਵਜੋਂ ਬਣਾਏ ਰੱਖਣ ਨਾਲੋਂ $235 ਮਿਲੀਅਨ ਦਾ ਖਰਚਾ ਆਵੇਗਾ। ਬ੍ਰੈਂਡਾ ਨੇ ਕਿਹਾ ਹੈ ਕਿ ਇਹ ਫੰਡਿੰਗ ਦਾ ਫਰਕ ਇਹਨਾਂ ਚੁਣੌਤੀਪੂਰਨ ਆਰਥਿਕ ਸਮਿਆਂ ਦੌਰਾਨ ਸਰੀ ਦੇ ਟੈਕਸ ਦਾਤਾਵਾਂ ਦੇ ਲਈ ਇੱਕ ਅਸਥਿਰ ਵਿੱਤੀ ਬੋਝ ਪੈਦਾ ਕਰੇਗਾ। ਉਹਨਾਂ ਕਿਹਾ ਕਿ ਸਿਟੀ ਦੀ ਬਜਟ ਪ੍ਰਕਿਰਿਆ ਨੂੰ ਇਹ ਜਾਣੇ ਬਿਨਾਂ ਅੱਗੇ ਵਧਾਉਣਾ ਵੀ ਗੈਰ ਵਾਜਬ ਹੈ ਕਿ ਸਿਟੀ ਕਿਸ ਆਰਥਿਕ ਸਥਿਤੀ ਦਾ ਸਾਹਮਣਾ ਕਰੇਗੀ। ਇੱਕ ਆਮ ਟੈਕਸਦਾਰ ਦੇ ਵਿੱਚ ਵਾਧੇ ਤੋਂ ਇਲਾਵਾ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਤਬਦੀਲੀ ਜਾਰੀ ਰਹਿੰਦੀ ਹੈ ਤਾਂ ਫੰਡਿੰਗ ਗੈਪ ਨੂੰ ਮੁੜ ਪ੍ਰਾਪਤ ਕਰਨ ਲਈ ਇੱਕ ਵਾਰੀ 55% ਦੀ ਵਾਧੇ ਦੀ ਲੋੜ ਹੋਵੇਗੀ। ਬ੍ਰੈਂਡਾ ਲੌਕ ਨੇ ਕਿਹਾ ਹੈ ਕਿ ਸਰੀ ਦੇ ਟੈਕਸ ਦਾਤਾਵਾਂ ਨੂੰ ਦਰਪੇਸ਼ ਆਰਥਿਕ ਤੰਗੀ ਦੇ ਮੱਦੇਨਜ਼ਰ ਜੇਕਰ ਬਦਲਾਅ ਜਾਰੀ ਰਹਿੰਦਾ ਹੈ ਤਾਂ ਇਸ ਤੱਥ ਨੂੰ ਦੇਖਦੇ ਹੋਏ ਕਿ ਸਿਟੀ ਨੂੰ ਆਪਣੇ ਬਜਟ ਨੂੰ ਆਖਰ ਰੂਪ ਦੇਣ ਦੀ ਲੋੜ ਹੈ, ਇਹ ਬਹੁਤ ਜ਼ਰੂਰੀ ਹੈ ਕਿ ਸੂਬਾ RCMP ਨੂੰ ਬਰਕਰਾਰ ਰੱਖਣ ਦੇ ਕੌਂਸਲ ਦੇ ਫੈਸਲੇ ਦਾ ਸਮਰਥਨ ਕਰਨ ਲਈ ਤੇਜ਼ੀ ਨਾਲ ਅੱਗੇ ਵਧੇ। ਸਰੀ ਉਦੋਂ ਤੋਂ ਪੁਲਿਸ ਵਿਵਾਦ ਦੇ ਵਿੱਚ ਫਸ ਗਿਆ ਹੈ ਜਦੋਂ ਸਾਬਕਾ ਮੇਅਰ ਡਗ ਮਕੱਲਮ ਨੇ ਮਿਊਨਿਸਪਲ ਫੋਰਸ ਲਈ RCMP ਨੂੰ ਛੱਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਉਹਨਾਂ ਕਿਹਾ ਕਿ ਪੁਲਿਸ ਸੇਵਾ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਤਾਂ ਜਾਇਦਾਦ ਟੈਕਸ ਔਸਤਨ $1200 ਪ੍ਰਤੀ ਪਰਿਵਾਰ ਵਧੇਗਾ। ਪ੍ਰੋਵਿੰਸ ਆਖਿਰਕਾਰ ਇਹ ਫੈਸਲਾ ਕਰੇਗਾ ਕਿ ਸ਼ਹਿਰ ਤੇ ਕਿਸ ਪੁਲਿਸ ਫੋਰਸ ਦਾ ਅਧਿਕਾਰ ਖੇਤਰ ਹੈ। ਹਾਲਾਂਕਿ ਇਸ ਐਲਾਨ ਦੀ ਤਾਰੀਖ ਅਜੇ ਤੈਅ ਕੀਤੀ ਜਾਣੀ ਹੈ। ਜਨਤਕ ਸੁਰੱਖਿਆ ਮੰਤਰੀ ਮਾਈਕ ਫਰਨਵਰਥ ਦੇ ਕੋਲ RCMP ਤੋਂ ਮਿਊਨਿਸਪਲ ਫੋਰਸ ਦੇ ਵਿੱਚ ਤਬਦੀਲੀ ਨੂੰ ਵਾਪਸ ਲੈਣ ਬਾਰੇ ਆਖਰੀ ਗੱਲ ਹੋਵੇਗੀ, ਜਿਸ ਦਾ ਐਲਾਨ 2023 ਵਿੱਚ ਕਿਸੇ ਵੀ ਸਮੇਂ ਕੀਤੇ ਜਾਣ ਦੀ ਉਮੀਦ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅੱਗੇ ਦੱਸਦੀ ਕਿ ਪ੍ਰੀ ਫਲਾਈਟ ਕੋਵਿਡ ਟੈਸਟਿੰਗ ਨੂੰ ਲੈ ਕੇ ਜਿੱਥੇ ਚੀਨ ਨੇ ਕੈਨੇਡਾ ਦੇ ਵੱਲੋਂ ਸਿਆਸਤ ਕਰਨ ਦੀ ਗੱਲ ਆਖੀ ਹੈ, ਉੱਥੇ ਹੀ BC ਦੇ ਸਿਹਤ ਮੰਤਰੀ ਨੇ ਇਸ ਨੂੰ ਸਿਆਸਤ ਨਾ ਕਰਨਾ ਬਲਕਿ ਲੋਕਾਂ ਦੇ ਹਿੱਤ ਲਈ ਸਹੀ ਫੈਸਲਾ ਕਰਾਰ ਦਿੱਤਾ ਹੈ। ਨਾਲ ਹੀ ਹਵਾਲਾ ਦਿੱਤਾ ਹੈ ਦੂਜੇ ਦੇਸ਼ਾਂ ਦਾ। ਉਹਨਾਂ ਕਿਹਾ ਹੈ ਕਿ 1 ਮਹੀਨੇ ਦੇ ਵਿੱਚ ਸਾਰੀ ਸਥਿਤੀ ਦੇ ਉੱਤੇ ਰਿਵਿਊ ਕਰਕੇ ਫਿਰ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ। BC ਦੇ ਸਿਹਤ ਮੰਤਰੀ ਨੇ ਪ੍ਰੀ ਫਲਾਈਟ ਕੋਵਿਡ ਟੈਸਟਿੰਗ ਨੂੰ ਇੱਕ ਸਮਝਦਾਰੀ ਵਾਲਾ ਫੈਸਲਾ ਕਰਾਰ ਦਿੱਤਾ। ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਨੇ ਵੀਰਵਾਰ ਨੂੰ ਨਵੀਂ ਸੰਘੀ ਨੀਤੀ ਬਾਰੇ ਦੱਸਦੇ ਹੋਏ ਚੀਨ, ਹਾਂਗਕਾਂਗ ਤੇ ਮਕਾਓ ਤੋਂ ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਪ੍ਰੀ ਫਲਾਈਟ ਕੋਵਿਡ ਟੈਸਟਿੰਗ ਦੀ ਲੋੜ ਬਾਰੇ ਦੱਸਿਆ। ਉਹਨਾਂ ਕਿਹਾ ਕਿ ਇਹ ਫੈਸਲਾ ਚੀਨ ਵਿੱਚ ਵਾਇਰਸ ਦੇ ਕੇਸਾਂ 'ਚ ਵਾਧੇ ਦੇ ਰੂਪ ਦੇ ਵਿੱਚ ਆਇਆ ਹੈ ਤੇ ਨਵੇਂ ਕ੍ਰਿਕੇਨ ਸਬ ਵੇਰੀਐਂਟ ਦੇ ਜਾਣੇ ਪਛਾਣੇ ਕੇਸ ਸੂਬੇ ਦੇ ਵਿੱਚ ਵੱਧ ਕੇ 12 ਹੋ ਗਏ ਨੇ। ਹਾਲਾਂਕਿ ਪ੍ਰੀ ਫਲਾਈਟ ਟੈਸਟਿੰਗ ਨੀਤੀ ਨੂੰ ਚੀਨੀ ਸਰਕਾਰ ਦੁਆਰਾ ਰਾਜਨੀਤੀ ਵਜੋਂ ਲੇਬਲ ਕੀਤਾ ਗਿਆ ਹੈ ਤੇ ਸਥਾਨਕ ਤੌਰ ਤੇ ਕੁਝ ਵਕੀਲਾਂ ਨੇ ਸੁਝਾਅ ਦਿੱਤਾ ਹੈ ਕਿ ਇਹ ਨੀਤੀ ਏਸ਼ੀਅਨ ਕੈਨੇਡੀਅਨਾਂ ਨੂੰ ਕਲੰਕਿਤ ਕਰੇਗੀ। ਸਿਹਤ ਮੰਤਰੀ ਈਟ'ਚ ਨੇ ਸਾਫ਼ ਕੀਤਾ ਹੈ ਕਿ ਇਸ ਦੇ ਵਿੱਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਲੋੜ ਪੈਣ ਤੇ ਤੁਸੀਂ ਸਮਝਦਾਰੀ ਨਾਲ ਕਦਮ ਚੁੱਕਦੇ ਹੋ। ਡਿਕਸ ਦਾ ਕਹਿਣਾ ਹੈ ਕਿ ਫੈਡਰਲ 1 ਮਹੀਨੇ ਦੇ ਵਿੱਚ ਨੀਤੀ ਦੀ ਸਮੀਖਿਆ ਕਰਨਗੇ ਤੇ ਨਾਲ ਹੀ ਦਲੀਲ ਦਿੱਤੀ ਕਿ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ, ਇੱਕ ਨਾਰਮਲ ਜਿਹਾ
ਗਿਆ ਕਦਮ ਹੈ। ਹਾਲਾਂਕਿ ਉਹਨਾਂ ਨੇ ਦੂਜੇ ਦੇਸ਼ਾਂ ਦੇ ਵੱਲ ਵੀ ਇਸ਼ਾਰਾ ਕੀਤਾ ਤੇ ਕਿਹਾ ਕਿ ਕੈਨੇਡੀਅਨਾਂ ਨੂੰ ਮਹਾਮਾਰੀ ਦੇ ਵੱਖ-ਵੱਖ ਪੜਾਵਾਂ ਤੇ ਪ੍ਰੀ ਫਲਾਈਟ ਕੋਵਿਡ ਟੈਸਟਿੰਗ ਕਰਵਾਉਣ ਦੀ ਲੋੜ ਉਹਨਾਂ ਦੇਸ਼ਾਂ ਦੇ ਵਿੱਚ ਹੈ। ਹਾਲਾਂਕਿ ਹਫ਼ਤੇ ਦੇ ਸ਼ੁਰੂ ਦੇ ਵਿੱਚ ਇੱਕ BC ਡਾਕਟਰ ਨੇ ਯਾਤਰਾ ਨਿਯਮਾਂ ਤੇ ਚਿੰਤਾ ਜ਼ਾਹਰ ਕੀਤੀ ਤੇ ਕਿਹਾ ਕਿ ਇਹ ਵਧੇਰੇ ਏਸ਼ੀਅਨ ਵਿਰੋਧੀ ਨਫ਼ਰਤ ਨੂੰ ਭੜਕਾ ਸਕਦਾ ਹੈ, ਜੋ ਕਿ ਮਹਾਮਾਰੀ ਦੌਰਾਨ ਦੇਖਿਆ ਗਿਆ ਹੈ। ਉਹਨਾਂ ਕਿਹਾ ਕਿ ਇਹ ਟੀਚਾ ਰਹਿਤ ਪਾਲਿਸੀ ਨੀਤੀ ਦੇ ਨਾਲ ਸਾਡੀ ਚਿੰਤਾ ਹੈ ਤੇ ਇਹ ਸਾਨੂੰ ਮਾਰਚ 2020 ਤੇ ਵਾਪਸ ਲਿਆਉਂਦੀ ਹੈ, ਜਦੋਂ ਏਸ਼ੀਆ ਵਿਰੋਧੀ ਨਫ਼ਰਤ ਦਾ ਵਾਧਾ ਹੋਇਆ ਸੀ ਤੇ ਜਦੋਂ ਇਹ ਵਧਣਾ ਸ਼ੁਰੂ ਹੋਇਆ। ਇਸ ਲਈ ਇਸ ਨੂੰ ਹੁਣੇ ਰੋਕਣਾ ਜ਼ਰੂਰੀ ਹੈ। ਕਿ ਉਹਨਾਂ ਕਿਹਾ ਕਿ ਸਾਨੂੰ ਸਿਰਫ ਚੀਨ ਤੋਂ ਵੱਖ ਹੋਣਾ ਨਹੀਂ ਬਚਾ ਸਕਦਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਵੇਰੀਐਂਟ ਵਾਧਾ ਕੀਤਾ ਵੀ ਵਧਾ ਸਕਦਾ ਹੈ। ਸੋ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕੈਨੇਡਾ ਸਰਕਾਰ ਹੋਰ ਕਿਹੜੇ ਫੈਸਲੇ ਲਵੇਗੀ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਮੈਕਸੀਕੋ ਦੇ ਵਿੱਚ ਭੜਕੇ ਦੰਗਿਆਂ, ਡਰੱਗ ਤਸਕਰਾਂ ਤੇ ਸੁਰੱਖਿਆ ਫੋਰਸਾਂ ਦੇ ਦਰਮਿਆਨ ਚੱਲ ਰਹੀ ਲੜਾਈ ਤੋਂ ਬਾਅਦ ਕੈਨੇਡੀਅਨ ਸਰਕਾਰ ਨੇ ਮੈਕਸੀਕੋ ਪੁੱਜੇ ਕੈਨੇਡੀਅਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਬਾਰੇ MP ਰਣਦੀਪ ਸਰਾਏ ਦੇ ਨਾਲ ਚੈਨਲ ਪੰਜਾਬੀ ਨੇ ਖਾਸ ਗੱਲਬਾਤ ਕੀਤੀ, ਜਿਨ੍ਹਾਂ ਲੋਕਾਂ ਨੂੰ ਸਾਵਧਾਨੀ ਵਰਤਣ ਦੇ ਲਈ ਕਿਹਾ। ਮੈਕਸੀਕੋ ਦੇ ਵਿੱਚ ਜੋ ਹਾਲਾਤ ਬਣੇ ਨੇ ਉਹਦੇ ਬਾਅਦ ਇੱਕ ਐਡਵਾਈਜ਼ਰੀ ਕੈਨੇਡੀਅਨਸ ਦੇ ਲਈ ਜਾਰੀ ਕੀਤੀ ਗਈ ਹੈ ਜਿਹੜੇ ਮੈਕਸੀਕੋ ਦੇ ਵਿੱਚ ਨੇ। ਤੇ ਇਸ ਤੋਂ ਇਲਾਵਾ ਪਿਛਲੇ ਦਿਨਾਂ ਦੇ ਦੌਰਾਨ ਜੋ ਕੈਨੇਡੀਅਨਸ ਨੂੰ ਫਲਾਈਟਸ ਡਿਲੇ ਜਾਂ ਕੈਂਸਲ ਹੋਣ ਕਰਕੇ ਜੋ ਪਰੇਸ਼ਾਨੀਆਂ ਝੱਲਣੀਆਂ ਪਈਆਂ ਨੇ ਉਸ ਨੂੰ ਲੈ ਕੇ ਵੀ ਬਿਆਨਬਾਜ਼ੀ ਜਾਰੀ ਹੈ। ਤਮਾਮ ਮਸਲਿਆਂ ਦੇ ਉੱਪਰ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਮੈਂਬਰ ਆਫ ਪਾਰਲੀਮੈਂਟ ਰਣਦੀਪ ਸਿੰਘ ਸਰਾਏ। ਸਰਾਏ ਸਾਹਿਬ, ਬਹੁਤ ਬਹੁਤ ਸਵਾਗਤ ਹੈ ਚੈਨਲ ਪੰਜਾਬੀ। ਥੈਂਕ ਯੂ ਜੀ, ਔਰ ਨਵੇਂ ਸਾਲ ਦੀਆਂ ਤੁਹਾਨੂੰ ਸਾਰੀਆਂ ਮੁਬਾਰਕਾਂ। ਸਰਾਏ ਸਾਹਿਬ, ਜਿਹੜਾ ਮੈਕਸੀਕੋ ਦੇ ਵਿੱਚ ਹਾਲਾਤ ਬਣੇ ਹੋਏ ਨੇ ਉੱਤੇ ਕੀ ਐਡਵਾਈਜ਼ਰੀ ਜਿਹੜੀ ਉਹ ਕੈਨੇਡੀਅਨ ਗੌਰਮੈਂਟ ਨੇ ਜਾਰੀ ਕੀਤੀ ਹੈ? ਦੇਖੋ ਨਹੀਂ, ਬਹੁਤ ਉੱਥੇ ਹਾਲਾਤ ਕਾफ़ी ਗੰਭੀਰ ਹੋ ਗਏ ਕਿਉਂਕਿ ਉੱਥੇ ਰਾਈਟਸ ਹੋ ਰਹੇ ਔਰ ਮੇਰੇ ਖਿਆਲ ਗੈਂਗ ਵਾਇਲੈਂਸ ਕਾफ़ੀ ਅਪ ਹੋ ਗਿਆ। ਉਹਨੇ ਕੋਈ ਅਰੈਸਟ ਕੀਤੀ ਆ ਗੈਂਗ ਲੀਡਰ ਜਿਹੜਾ ਕਿ ਅਲਚਾਪੋ ਦਾ ਮੇਰੇ ਖਿਆਲ ਲੜਕਾ ਆ ਜਿਹੜਾ, ਔਰ ਉਹਦੇ ਕਰਕੇ ਕਾफ़ੀ ਜਿਹੜੇ ਏਅਰਪੋਰਟਸ ਆ ਸਰਟਨ ਏਰੀਆਜ਼ ਦੇ ਵਿੱਚ ਉਹਨਾਂ ਦੇ ਵਿੱਚ ਵਾਇਲੈਂਸ ਵੀ ਹੋਇਆ। ਸੋ ਉਹਨੇ ਇਹ ਐਡਵਾਈਜ਼ ਕੀਤੀ ਕਿ ਬਲੋਕੇਡਸ ਕੋਈ ਕ੍ਰਾਸ ਨਾ ਕਰੋ, ਆਪਣੇ ਥਾਵਾਂ 'ਤੇ ਜਾਂ ਰਿਜ਼ੋਰਟ 'ਤੇ ਜਿੱਥੇ ਹੈਗੇ ਸੁਰੱਖਿਅਤ ਥਾਂ 'ਤੇ ਸੇਫ ਰਹੋ ਔਰ ਸੇਫ ਤਰੀਕੇ ਨਾਲ ਉਹਨਾਂ ਨੂੰ ਲਿਸਨ ਕਰੋ। ਜੋ ਟਰੈਵਲ ਐਡਵਾਈਜ਼ਰੀਜ਼ ਜਾਂ ਲੋਕਲ ਨਿਊਜ਼ ਦੇ ਅਨੁਸਾਰ ਤਾਂ ਏਅਰਪੋਰਟਾਂ 'ਤੇ ਵੀ ਫਲਾਈਟਾਂ 'ਤੇ ਵੀ ਉਹਦੇ ਅਨੁਸਾਰ ਹੀ ਜਾਣ, ਉੱਦਾਂ ਹੀ ਆਮ ਨਾ ਫਿਰਨ ਕਿਉਂਕਿ ਵਾਇਲੈਂਸ ਉੱਤੇ ਕਾफ़ੀ ਇਰਪਟ ਹੋ ਰਿਹਾ। ਸੋ ਇਹ ਆਈ ਥਿੰਕ ਡੇਲੀ ਖਿਆਲ ਰੱਖਣਾ ਪਊਗਾ ਇਸੇ ਉੱਤੇ। ਆਈ ਥਿੰਕ ਆਲਰੇਡੀ ਜਿਹੜੇ ਲੋਕ ਮੈਕਸੀਕੋ ਤੋਂ ਅੱਗੇ ਆ ਰਹੇ ਸੀ ਬੜੇ ਪਰੇਸ਼ਾਨ ਸੀ। ਇਹ ਆਲਰੇਡੀ ਬੜੀ ਭਿਆਨਕ ਖਬਰ ਹੈਗੀ ਹੈ ਜਿਹਦੇ ਨਾਲ ਟੂਰਿਸਟਾਂ ਨੂੰ, ਕਿਉਂਕਿ ਏਅਰਪੋਰਟ ਆਈ ਥਿੰਕ ਏਅਰਪਲੇਨਾਂ ਦੇ ਉੱਤੇ ਵੀ ਗੋਲੀਆਂ ਵੱਜੀਆਂ ਹੈਗੀਆਂ। ਸੋ ਇਸ ਕਰਕੇ ਬਹੁਤ ਖਿਆਲ ਰੱਖਣਾ ਚਾਹੀਦਾ ਔਰ ਜੇ ਮੇਰੇ ਖਿਆਲ ਜਾਣਾ ਉਹ ਹੋਰ ਵੀ ਖਿਆਲ ਰੱਖੇ। ਸੋ ਬਾਕੀ ਇੱਕ ਹੋਰ ਮਸਲਾ ਜਿਹੜਾ 에ਅਰਲਾਈਨਸ ਦੇ ਨਾਲ ਜੁੜਿਆ ਰਿਹਾ ਪਿਛਲੇ ਸਮੇਂ ਦੌਰਾਨ ਕਿ ਫਲਾਈਟਸ ਡਿਲੇ ਹੋਈਆਂ, ਕੈਂਸਲ ਹੋਈਆਂ, ਉਹਦੇ ਕਰਕੇ ਪਰੇਸ਼ਾਨੀ ਲੋਕਾਂ ਨੂੰ ਬਹੁਤ ਜਿਹੜੀ ਝੱਲਣੀ ਪਈ। ਤਾਂ ਉਹਦੇ 'ਤੇ ਹੁਣ NDP ਤੇ ਕੰਜ਼ਰਵੇਟਿਵ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ ਕਮੇਟੀ ਜਿਹੜੀ ਬੁਲਾਈ ਜਾਵੇ, ਟਰਾਂਸਪੋਰਟ ਮਿਨਿਸਟਰ ਅਲਗਬਰਾ ਸਾਹਿਬ ਤੋਂ ਵੀ 2 ਘੰਟੇ ਜਿਹੜੀ ਗੱਲਬਾਤ ਜਿਹੜੀ ਕੀਤੀ ਜਾਵੇ, ਸਵਾਲ ਜਵਾਬ ਕੀਤੇ ਜਾਣ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ ਇਹ ਠੀਕ ਹੈ, ਉਹਨਾਂ ਦੀ ਡਿਮਾਂਡ ਹੈ। ਆਈ ਥਿੰਕ ਪੀਟਰ ਸ਼ੈਫਕੀ ਜਿਹੜੇ ਜੇ ਸਾਡੇ ਚੇਅਰ ਹੈਗੇ ਉਸ ਟਰਾਂਸਪੋਰਟੇਸ਼ਨ ਕਮੇਟੀ ਦੇ, ਉਹ ਵੀ ਇਸ ਗੱਲ ਨੂੰ ਗੌਰ ਨਾਲ ਲੈ ਰਿਹਾ। ਉਹਨੇ ਪਹਿਲਾਂ ਵੀ ਕਿਹਾ ਸੀ ਕਿ ਮੈਂ ਇੱਥੇ ਡੈਫੀਨਿਟਲੀ ਕਰੂੰਗਾ ਔਰ ਮਿਨਿਸਟਰ ਨੇ ਵੀ ਆਲਰੇਡੀ ਕਾफ़ੀ ਚੇਤਾਵਨੀ ਦਿੱਤੀ ਆ ਸਨਵਿੰਗਸ ਦੇ ਜਿਹੜੇ CEO ਨੂੰ ਹੈਗੇ ਔਰ VIA ਰੇਲ ਦੇ, ਜਿਨ੍ਹਾਂ ਨੇ ਦੋਨਾਂ ਕਾਰਨ ਕਾफ़ੀ ਮੁਸ਼ਕਲਾਂ ਆਈਆਂ ਔਰ ਲੋਕਾਂ ਨੇ ਬੜੇ 7-7 8-8 ਦਿਨ ਹੋਟਲ ਲਾਬੀਆਂ 'ਚ ਰਹੇ ਔਰ ਕੋਈ ਉਹਨਾਂ ਨੂੰ ਆਨਸਰ ਨਹੀਂ ਦਿੱਤਾ ਗਿਆ, ਪ੍ਰੋਪਰ ਸਰਵਿਸ ਨਹੀਂ ਦਿੱਤਾ ਗਿਆ। ਸੋ ਆਈ ਥਿੰਕ ਕੈਨੇਡਾ ਇਹਨੂੰ ਲਾਈਟਲੀ ਨਹੀਂ ਲੈ ਰਿਹਾ, ਬਹੁਤ ਸੀਰੀਅਸਲੀ ਲੈ ਰਿਹਾ ਔਰ ਅਸੀਂ ਆਸ ਕਰਦੇ ਕਿ ਉਹ ਜਦੋਂ ਵੀ ਉਹਨਾਂ ਦਾ ਸਕੈਜੂਲਿੰਗ ਦੇ ਹਿਸਾਬ ਦੇ ਨਾਲ ਇਹ ਕਮੇਟੀ ਮੀਟਿੰਗ ਆਉਣ ਵਾਲੇ ਚਾਹੇ ਦਿਨਾਂ ਦੇ ਵਿੱਚ ਜਾਂ ਹਫ਼ਤੇ ਦੇ ਵਿੱਚ ਹੋਊਗੀ, ਉਹ ਮਿਨਿਸਟਰ ਨੂੰ ਵੀ ਕਰਨਗੇ। ਤਾਂ ਆਈ ਥਿੰਕ ਉਹ ਸਨਵਿੰਗਸ ਦੇ ਜਿਹੜੇ CEO ਉਹਨਾਂ ਨੂੰ ਵੀ ਉੱਥੇ ਬੁਲਾਉਣਾ ਚਾਹੀਦਾ, VIA ਰੇਲ ਦੇ ਵੀ CEO ਨੂੰ ਬੁਲਾਉਣਾ ਚਾਹੀਦਾ। ਤਾਂ ਸਪਸ਼ਟੀ ਕਰਨੀ ਚਾਹੀਦੀ ਵੀ ਕੀ ਕਾਰਨ ਇਹ ਹੋਇਆ, ਉਹ ਕਾਹਤੇ ਉਹਨਾਂ ਦਾ ਰਿਸਪੌਂਸ ਇੰਨਾ ਪੂਰ ਸੀਗਾ। ਕਿਉਂਕਿ ਕੋਈ ਵੀ ਜਦੋਂ ਯਾਤਰੂ ਬਾਹਰ ਜਾਂਦਾ ਉਹ ਕਾफ़ੀ ਆਸ ਲੈ ਕੇ ਜਾਂਦਾ ਕਿ ਮੇਰੀ ਏਅਰਲਾਈਨ ਨੇ ਮੈਨੂੰ ਲੈ ਕੇ ਜਾਣਾ। ਜੇ ਕੋਈ ਮੌਸਮ ਕਾਰਨ ਜਾਂ ਹੋਰ ਕਾਰਨ ਨਹੀਂ ਅਰੇਂਜ ਕਰ ਸਕਦੇ ਅੱਜ ਨਹੀਂ ਤਾਂ ਕੱਲ੍ਹ, ਪਰ ਉਹਨਾਂ ਨੂੰ ਇਨਫੋਰਮੇਸ਼ਨ, ਹੋਟਲ, ਅਕੋਮੋਡੇਸ਼ਨ ਇਹ ਦਿੱਤੀ ਜਾਣੀ ਚਾਹੀਦੀ ਆ ਔਰ ਉਹਨਾਂ ਨੂੰ ਅਪ ਟੂ ਡੇਟ ਰੱਖਣਾ ਚਾਹੀਦਾ, ਨਾ ਕਿ ਉਹ ਹੋਟਲ ਦੇ ਲਾਬੀ ਜਾਂ ਏਅਰਪੋਰਟ ਦੇ ਲਾਊਂਜਾਂ ਦੇ ਵਿੱਚ ਹੀ ਸੌਣ ਅਤੇ ਵੇਟ ਕਰਨ ਔਰ ਵੀ ਕਈ ਭਰ ਦਿਨ। ਫਿਰ ਵੀ ਉਹ ਬਹੁਤ ਸਾਰਿਆਂ ਨੇ ਡਾਇਰੈਕਟਲੀ ਨਹੀਂ ਉਹਨਾਂ ਨੂੰ ਆਪਣਾ ਡੈਸਟੀਨੇਸ਼ਨ ਕਈਆਂ ਨੇ ਆ ਕੇ ਸਸਕੈਚੁਅਨ ਛੱਡਤਾ, ਉੱਥੋਂ ਉਹ ਕਾਰ ਰਾਹੀਂ ਕਿ ਅਲਬਰਟਾ ਗਏ ਜਾਂ ਕਈ ਨੂੰ ਆਂਟੇਰੀਓ ਛੱਡ ਦਿੱਤਾ, ਉਹ ਡਰਾਈਵ ਕਰਕੇ ਗਏ ਜਾਂ ਟ੍ਰੇਨ ਰਾਹੀਂ ਗਏ। ਇਹ ਐਕਸੈਪਟੇਬਲ ਨਹੀਂ ਹੈਗਾ। ਸੋ ਆਈ ਥਿੰਕ ਉਹਨਾਂ ਦਾ ਲਾਇਸੈਂਸਿੰਗ ਦੇ ਉੱਤੇ, ਉਹਨਾਂ ਦੀ ਕੰਪਨਸੇਸ਼ਨ ਦੇ ਉੱਤੇ ਇੱਥੇ ਕਾफ़ੀ ਜ਼ਿਕਰ ਕੀਤਾ ਜਾਊਗਾ। ਇੱਕ NDP ਲੀਡਰ ਜਗਮੀਤ ਸਿੰਘ ਨੇ ਜਿਹੜੀ ਗੱਲਬਾਤ ਕਹੀ ਹੈ ਕਿ ਅਸੀਂ ਮੁਕਾਬਲੇਬਾਜ਼ੀ ਵਧਾ ਲਈਏ, ਜੇ ਮੁਕਾਬਲੇਬਾਜ਼ੀ ਵਧਾ ਲਾਂਗੇ ਏਅਰਲਾਈਨਸ ਦੇ ਵਿੱਚ ਤਾਂ
ਬੈਟਰ ਫੈਸਿਲਿਟੀਜ਼ ਮਿਲਣਗੀਆਂ ਤੇ ਘੱਟ ਪ੍ਰਾਈਸ ਤੇ ਟਿਕਟਾਂ ਜਿਹੜੀਆਂ ਲੋਕਾਂ ਨੂੰ ਮਿਲਣਗੀਆਂ। ਇਹਦੇ ਨਾਲ ਤੁਸੀਂ ਸਹਿਮਤ ਹੋ? ਹਾਂਜੀ, ਦੇਖ ਅਸੀਂ ਆਲਵੇਜ਼ ਸਹਿਮਤ ਹਾਂ ਕਿ ਕੰਪੀਟੀਸ਼ਨ ਹੋਰ ਕੀਤਾ ਜਾਣਾ ਚਾਹੀਦਾ। ਆਈ ਥਿੰਕ ਪਿਛਲੇ ਸਾਲ 2 ਸਾਲਾਂ ਦੇ ਵਿੱਚ ਵੀ 에ਅਰਲਾਈਨਾਂ ਕਾਫੀ ਕੈਨੇਡਾ 'ਚ ਫਲੇਅਰ ਸ਼ੁਰੂ ਹੋਈ, ਸਵੂਪ ਸ਼ੁਰੂ ਹੋਈ ਆ, ਮੇਰੇ ਖਿਆਲ ਜੈਟ ਏਅਰ ਕੁਛ ਇੱਕ ਹੋਰ ਹੈਗੀ ਆ ਜਿਹੜੀ ਨੌਰਥ ਨੂੰ ਕਾਫੀ ਕਰਦੀ ਆ, ਇਹ ਨਹੀਂ ਕਾਫੀ ਵਧਾਇਆ ਗਿਆ। ਸੋ ਕੰਪੀਟੀਸ਼ਨ ਹੈਗਾ, ਪਰ ਪ੍ਰੋਬਲਮ ਥੋੜ੍ਹੀ ਜਿਹੀ ਕੈਨੇਡਾ ਦੀ ਹੈ ਕਿ ਸਾਡੀ ਪਾਪੂਲੇਸ਼ਨ ਦੇ ਹਿਸਾਬ ਨਾਲ ਟੈਰੀਟੋਰੀ ਬਹੁਤ ਵੱਡੀ ਆ। ਸੋ ਫਲਾਈਟ ਡਿਊਰੇਸ਼ਨ, ਡੈਸਟੀਨੇਸ਼ਨਾਂ ਬਹੁਤ ਲੰਮੀਆਂ, ਆਬਾਦੀ ਥੋੜ੍ਹੀ ਹੈ। ਸੋ ਸਕਸੈਸਫੁਲ 에ਅਰਲਾਈਨਾਂ ਉਹ ਹਜੇ ਤੱਕ ਥੋੜ੍ਹੀਆਂ ਹੀ ਹੋਈਆਂ, ਵੈਸਟ ਜੈਟ ਜਾਂ ਏਅਰ ਕੈਨੇਡਾ ਪੋਰਟਰ ontario ਦੇ ਵਿੱਚ ਆ, ਇਹ ਸਕਸੈਸਫੁਲ ਹੋਈਆਂ। ਜਿਹੜੀਆਂ ਦੂਜੀਆਂ ਸਟਾਰਟਅਪਸ ਕਈ ਵਾਰੀ ਸਟਾਰਟ ਹੋ ਜਾਂਦੀਆਂ ਫਿਰ ਫੇਲ ਹੋ ਜਾਂਦੀਆਂ, ਪਰ ਆਸ ਕਰਦੇ ਕਿ ਹੁਣ ਜਿਵੇਂ ਆਬਾਦੀ ਵੱਧ ਰਹੀ ਔਰ ਲੋਕ ਟਰੈਵਲ ਵੀ ਜ਼ਿਆਦਾ ਕਰਦੇ ਆ, ਇਹਦੇ ਨਾਲ ਇੰਕਰੀਜ਼। ਸਨਵਿੰਗਸ ਵੀ ਬੜੀ ਪੁਰਾਣੀ 에ਅਰਲਾਈਨ ਹੈ, ਅੱਜ ਦੀ ਨਹੀਂ, ਕਾਫੀ ਚਿਰਾਂ ਦੀ ਆਈ ਥਿੰਕ ਚਾਰਟਰ 에ਅਰਲਾਈਨ ਹੈਗੀ ਆ, ਇਹ ਸਿਰਫ ਸਨ ਡੈਸਟੀਨੇਸ਼ਨਾਂ 'ਤੇ ਜਾਂਦੀ ਆ। ਸੋ ਇਹ ਜਿਹੜੀ ਬੜੀ ਅਜੀਬ ਜਿਹੀ ਚੀਜ਼ ਹੋਈ ਆ, ਹਜੇ ਤੱਕ ਆਈ ਥਿੰਕ ਇਨਕੁਆਇਰੀ ਜਾਂ ਕਮੇਟੀ ਦੇ ਵਿੱਚ ਜਦੋਂ ਕੀਤਾ ਜਾਊਗਾ ਪਤਾ ਲੱਗੂਗਾ ਕਿ ਇਸ ਕਾਰਨ ਕੋਈ ਕਹਿੰਦੇ ਇਹਨਾਂ ਦੇ EMPLOYEE ਨਹੀਂ ਪਹੁੰਚੇ, ਇਹਨਾਂ ਦੇ ਪਾਇਲਟਸ ਤੇ ਫਲਾਈਟ ਕਰੂ ਨਹੀਂ, ਪਰ ਉਹਨਾਂ ਦਾ ਇਹਨਾਂ ਨੂੰ ਪਹਿਲਾਂ ਪਤਾ ਚਾਹੀਦਾ ਸੀ ਕਿ ਜੇ ਅਸੀਂ ਇੰਨੀਆਂ ਬੁੱਕ ਕੀਤੀਆਂ ਫਲਾਈਟਾਂ, ਸਾਡਾ ਕਰੂ ਹੈਗਾ ਕਿ ਨਹੀਂ ਤਾਂ ਜਾਣ ਤੋਂ ਪਹਿਲਾਂ ਉਹਨਾਂ ਦੀ ਕੈਂਸਲ ਕੀਤੀ ਜਾਣੀ ਚਾਹੀਦੀ ਸੀ, ਨਾ ਕਿ ਜਦੋਂ ਉੱਥੇ ਪਹੁੰਚ ਗਏ ਤਾਂ ਉੱਥੇ ਉਹ ਫਸ ਜਾਣ। ਲਾਸਟ ਸਵਾਲ ਹੈ ਸਰਾਜ ਸਾਹਿਬ, ਟਿਕਟਾਂ ਮਹਿੰਗੀਆਂ ਬਹੁਤ ਨੇ, ਇੰਡੀਆ ਲੋਕਾਂ ਨੇ ਜਾਣਾ, ਉਹ ਗੱਲ ਕਹਿੰਦੇ ਨੇ ਕਿ ਸਾਨੂੰ US ਤੋਂ ਜਾਣਾ ਪੈਂਦਾ, US ਤੋਂ ਟਿਕਟ ਲੈ ਕੇ ਅਸੀਂ ਵਾਪਸ ਆਉਣੇ, ਉੱਥੇ ਇਮੀਗ੍ਰੇਸ਼ਨ ਅਧਿਕਾਰੀ ਸਵਾਲ ਜਵਾਬ ਵੀ ਕਰਦੇ ਆ ਕਿ ਤੁਸੀਂ ਇੱਥੇ ਕਿਉਂ ਆਏ ਆ, ਤਾਂ ਉੱਥੇ ਰੀਜ਼ਨ ਉਹੀ ਦੱਸਦੇ ਕਿ ਟਿਕਟਾਂ ਸਸਤੀਆਂ ਪੈਂਦੀਆਂ ਸੀ ਤਾਂ ਆਏ ਆ, ਅਤੇ ਇਹਦੇ ਤੋਂ ਲੋਕ ਪਰੇਸ਼ਾਨ ਨੇ। ਇਹਦੇ ਲਈ ਕੀ ਫੈਡਰਲ ਸਰਕਾਰ ਕਰ ਰਹੀ ਹੈ? ਦੇਖੋ ਅੱਗੇ ਮੈਂ ਜਿਵੇਂ ਹੋਰ ਵੀ ਥਾਂ 'ਤੇ ਕਿਹਾ ਕਿ 50 ਫਲਾਈਟਾਂ ਫੋਰ ਐਗਜ਼ਾਮਪਲ ਚਾਈਨਾ ਨੂੰ ਹੀ ਵੈਨਕੂਵਰ ਤੋਂ ਜਾਂਦੀਆਂ ਹੁੰਦੀਆਂ ਸੀ। ਜਦੋਂ 50 ਜਾਂਦੀਆਂ ਉਹ ਬੇਜਿੰਗ, ਸ਼ੈਂਘਾਈ, ਉੱਥੋਂ ਕਨੈਕਟਰ ਇੰਡੀਆ ਨੂੰ ਜਾਂਦਾ ਸੀ। ਕੰਪੀਟੀਸ਼ਨ ਬਹੁਤ ਐਡ ਕੀਤਾ ਜਾਂਦਾ ਸੀ। ਏਅਰ ਕੈਨੇਡਾ ਦੀ ਵੀ ਵੈਨਕੂਵਰ ਦੀ ਫੋਰ ਐਗਜ਼ਾਮਪਲ ਫਲਾਈਟ ਡਾਇਰੈਕਟ ਜਾਂਦੀ ਹੁੰਦੀ ਸੀ, ਡੇਲੀ ਫਲਾਈਟਾਂ ਡਾਇਰੈਕਟ ਸੀਗੀਆਂ। ਜਦ ਯੂਕਰੇਨ ਰਸ਼ੀਆ ਦਾ ਹੋਇਆ, ਕੈਨੇਡੀਅਨ ਫਲਾਈਟਸ ਨੂੰ ਮਨਾਹੀ ਆ ਰਸ਼ੀਆ ਦੇ ਉੱਤੇ ਜਾਣ ਦੀ, ਏਅਰ ਇੰਡੀਆ ਦੀਆਂ ਫਲਾਈਟਾਂ ਹੁਣ ਕੱਲੀਆਂ ਜਾਂਦੀਆਂ, ਉਸ ਕਰਕੇ ਬਹੁਤ ਇਹ ਦੋ ਪੱਖੋਂ ਜਿਹੜਾ ਫਲਾਈਟ ਜਿਹੜਾ ਰੂਟ ਸੀਗੇ ਆ ਇਹ ਘਟ ਗਏ ਆ। ਚਾਈਨਾ ਹੁਣ ਖੋਲ੍ਹ ਰਿਹਾ ਆਪਣੇ ਰੂਟ, ਪਰ ਅਨਫੋਰਚੂਨੇਟਲੀ ਉੱਥੇ ਕੋਵਿਡ ਕਰਕੇ ਇੰਡੀਆ ਨੇ ਵੀ ਉਹਨਾਂ ਦੇ ਉੱਤੇ ਸਖਤੀ ਕੀਤੀ ਹੈ, ਕੈਨੇਡਾ ਨੇ ਵੀ ਸਖਤੀ ਕੀਤੀ ਹੈ। ਸੋ ਉਹ ਵੀ ਰੂਟ ਇੰਨਾ ਹਜੇ ਤੱਕ ਵਾਇਬਲ ਨਹੀਂ ਹੈਗਾ। ਇਹ ਸਪਲਾਈ ਐਂਡ ਡਿਮਾਂਡ ਕਰਕੇ, ਇਸ ਕਰਕੇ ਬਹੁਤ ਸਾਰੇ ਲੋਕ US ਤਾਂ ਨਹੀਂ ਜਾ ਰਹੇ ਆ, ਕਿਉਂਕਿ ਸ਼ਾਇਦ ਉਹਨਾਂ ਦੇ ਡਿਫਰੈਂਟ ਏਅਰਲਾਈਨਾਂ ਦੇ ਨਾਲ ਥੋੜ੍ਹਾ ਜਿਹਾ ਕੰਪੀਟੀਸ਼ਨ ਦੇ ਨਾਲ ਹੋ ਰਿਹਾ। ਪਰ ਆਲਸੋ ਜਿਹੜੀ ਪੈਂਟ ਅਪ ਡਿਮਾਂਡ ਸੀਗੀ, ਕਿਉਂਕਿ 2 ਸਾਲ ਫਲਾਈਟਾਂ ਚੱਲੀਆਂ ਨਹੀਂ, ਸੋ ਸਾਡੇ ਵਰਕ ਪਰਮਿਟ ਹੋਲਡਰ, ਸਟੂਡੈਂਟ ਨਹੀਂ ਆ ਸਕੇ, ਉਹ ਆਲ ਆਫ ਅ ਸਡਨ ਸਾਰੇ ਹੁਣ ਅਪਰੂਵ ਹੋਏ ਆ, ਸਾਰੇ ਆ ਰਹੇ ਆ, ਇਸ ਕਰਕੇ ਉਹਦੀ ਡਿਮਾਂਡ ਆ ਪਿਆ। ਆਈ ਥਿੰਕ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਪਫੁਲੀ ਯੂਕਰੇਨ ਦੀ ਸਿਚੁਏਸ਼ਨ ਬੈਟਰ ਹੋਊਗੀ, ਉਹਦੇ ਨਾਲ ਸਾਡਾ ਫਲਾਈਟ ਇਨਕਰੀਜ਼ ਹੋਊਗਾ। ਇੱਧਰ ਚਾਈਨਾ ਸਾਈਡ ਜਾਂ ਏਸ਼ੀਆ ਸਾਈਡ ਤੋਂ ਹੋਰ ਕੰਪੀਟੀਸ਼ਨ ਨਾਲ ਖੁੱਲ੍ਹ ਕੇ ਇੱਧਰ ਫਲਾਈਟਾਂ ਇਨਕਰੀਜ਼ ਹੋਣਗੀਆਂ। ਮੇਬੀ ਦੁਬਈ, ਕਤਰ ਸਾਈਡ ਤੋਂ ਸਾਡੀਆਂ ਫਲਾਈਟਾਂ ਇੱਧਰੋਂ ਵੀ ਇਨਕਰੀਜ਼ ਹੋਣਗੀਆਂ। ਇਸੇ ਕਰਕੇ ਲੋਕ ਕਈ ਸਿਆਟਲ ਤੋਂ ਜਾਂਦੇ, ਉੱਥੋਂ ਕਤਰ ਜਾਂ ਐਮਿਰੇਟਸ 'ਤੇ ਜਾ ਕੇ ਉਹ ਵੀ ਇੱਕ ਰੂਟ ਖੋਲ੍ਹਿਆ। ਸੋ ਆਪਸ਼ਨਸ ਕਰ ਰਹੇ ਆ, ਪਰ ਅਨਫੋਰਚੂਨੇਟਲੀ ਸਪਲਾਈ ਐਂਡ ਡਿਮਾਂਡ ਦੀ ਚੀਜ਼ ਹੈਗੀ ਆ। ਸੋ ਇਸ ਵੇਲੇ ਡਿਮਾਂਡ ਬਹੁਤ ਜ਼ਿਆਦਾ ਹੈ ਔਰ ਸਪਲਾਈ ਇਹ ਰੂਟਸ ਦੀ ਘੱਟ ਹੈਗੀ ਹੈ। ਜੀ ਸਰਾਜ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਥੈਂਕ ਯੂ। ਸੋ ਦੋਸਤੋ, ਵਾਕਈ ਜੋ ਮੈਕਸੀਕੋ ਦੇ ਵਿੱਚ ਟੂਰਿਸਟ ਦੇ ਤੌਰ ਤੇ ਬਹੁਤ ਸਾਰੇ ਕੈਨੇਡੀਅਨ ਜਾਂਦੇ ਨੇ, ਸੋ ਉਹਨਾਂ ਨੂੰ ਵੀ ਐਡਵਾਈਜ਼ਰੀ ਦੀ ਪਾਲਣਾ ਜਿਹੜੀ ਉਹ ਕਰਨੀ ਚਾਹੀਦੀ ਹਾਲਾਤਾਂ ਦੇ ਅਨੁਸਾਰ। ਤੇ ਇਸ ਤੋਂ ਇਲਾਵਾ ਜੋ ਫਲਾਈਟਸ ਡਿਲੇ ਜਾਂ ਕੈਂਸਲ ਹੋਣ ਦੇ ਨਾਲ ਜੋ ਹਾਲਾਤ ਪੈਦਾ ਹੋਏ ਸੀ, ਉਹਦੇ ਤੇ ਸਰਾਜ ਸਾਹਿਬ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਇਸ ਮੁੱਦੇ ਨੂੰ ਸੀਰੀਅਸ ਤੌਰ ਤੇ ਵਾਚ ਕਰ ਰਹੀ ਹੈ, ਦੇਖ ਰਹੀ ਹੈ। ਕੈਮਰਾਮੈਨ ਅਮਿਤ ਪਨੇਸਰ ਦੇ ਨਾਲ ਅਰਸ਼ਦੀਪ ਸਿੰਘ, ਚੈਨਲ ਪੰਜਾਬੀ। ਕੈਨੇਡੀਅਨ ਲੇਬਰ ਬਾਜ਼ਾਰ ਨੇ ਸਾਲ ਦੇ ਅੰਤ ਦੇ ਵਿੱਚ ਇੱਕ ਮਜ਼ਬੂਤੀ ਨੂੰ ਦਰਜ ਕੀਤਾ ਹੈ, ਕਿਉਂਕਿ ਆਰਥਿਕਤਾ ਨੇ ਦਸੰਬਰ ਦੇ ਵਿੱਚ ਕਈ ਨੌਕਰੀਆਂ ਜੋੜੀਆਂ ਨੇ, ਜਿਸ ਤੇ ਅਰਥ ਸ਼ਾਸਤਰੀਆਂ ਨੇ ਮੰਦੀ ਨਾ ਹੋਣ ਦੇ ਸੰਕੇਤ ਦਿੱਤੇ। ਸਟੈਟਿਸਟਿਕਸ ਕੈਨੇਡਾ ਨੇ ਬੇਰੁਜ਼ਗਾਰੀ ਦਰ ਥੋੜੀ ਜਿਹੀ ਘੱਟ ਤੇ 5.2% ਹੋਣ ਦੀ ਗੱਲ ਆਖੀ। ਕੈਨੇਡੀਅਨ ਲੇਬਰ ਬਾਜ਼ਾਰ ਨੇ ਸਾਲ ਦੇ ਅੰਤ ਵਿੱਚ ਇੱਕ ਮਜ਼ਬੂਤ ਨੋਟ ਪੇਸ਼ ਕੀਤਾ, ਕਿਉਂਕਿ ਆਰਥਿਕਤਾ ਨੇ ਦਸੰਬਰ ਦੇ ਵਿੱਚ 104,000 ਨੌਕਰੀਆਂ ਨੂੰ ਸ਼ਾਮਿਲ ਕੀਤਾ ਹੈ, ਜਿਸ ਤੇ ਬਹੁਤ ਸਾਰੇ ਅਰਥ ਸ਼ਾਸਤਰੀ ਉਮੀਦ ਕਰ ਰਹੇ ਸਨ ਕਿ ਮੰਦੀ ਦੇ ਕੋਈ ਸੰਕੇਤ ਨਹੀਂ ਦੇਖੇ ਜਾ ਰਹੇ। ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਆਪਣੀ ਤਾਜ਼ਾ ਲੇਬਰ ਫੋਰਸ ਸਰਵੇਖਣ ਰਿਪੋਰਟ ਦੇ ਵਿੱਚ ਕਿਹਾ ਹੈ, ਬੇਰੁਜ਼ਗਾਰੀ ਦਰ ਥੋੜੀ ਘਟ ਕੇ 5.0% ਹੋ ਗਈ ਹੈ। ਇਹ ਚੌਥੇ ਮਹੀਨੇ ਦੇ ਵਿੱਚ ਬੇਰੁਜ਼ਗਾਰੀ ਦਰ ਦੇ ਵਿੱਚ ਤੀਜੀ ਗਿਰਾਵਟ ਨੂੰ ਦਰਸਾਉਂਦਾ ਹੈ। ਇਸ ਨੂੰ ਜੂਨ ਤੇ ਜੁਲਾਈ ਦੇ ਵਿੱਚ 4.9% ਦੇ ਰਿਕਾਰਡ ਹੇਠਲੇ ਪੱਧਰ ਤੇ ਨੇੜੇ ਪਹੁੰਚਾਉਂਦਾ ਹੈ। ਪਰ 3 ਮਹੀਨਿਆਂ ਦੇ ਵਿੱਚ ਇਹ ਦੂਜੀ ਵਾਰ ਹੈ ਜਦੋਂ ਅਰਥਚਾਰੇ ਨੇ 1 ਲੱਖ ਨੌਕਰੀਆਂ ਕੱਢੀਆਂ ਨੇ, ਜੋ ਕਿ ਇਤਿਹਾਸਕ ਤੌਰ ਤੇ ਇੱਕ ਵੱਡੀ ਗਿਣਤੀ ਹੈ। ਆਪਣੇ ਤਾਜ਼ਾ ਲੇਬਰ ਫੋਰਸ ਸਰਵੇਖਣ ਦੇ ਵਿੱਚ ਏਜੰਸੀ ਨੇ ਕਿਹਾ ਹੈ ਕਿ ਰੁਜ਼ਗਾਰ ਦੇ ਵਿੱਚ ਵਾਧਾ
ਫੁੱਲ ਟਾਈਮ ਕੰਮ ਦੇ ਵਿੱਚ ਵਾਧੇ ਦੁਆਰਾ ਚਲਾਇਆ ਗਿਆ। ਪਿਛਲੇ ਮਹੀਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਕਰਮਚਾਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਉਦਯੋਗਾਂ ਦੇ ਵਿੱਚ ਨੌਕਰੀਆਂ 'ਚ ਵਾਧਾ ਹੋਇਆ। ਇਸ ਦੌਰਾਨ ਜਨਤਕ ਖੇਤਰ ਵਿੱਚ ਰੁਜ਼ਗਾਰ ਸਥਿਰ ਰਿਹਾ। ਬਹੁਤ ਸਾਰੇ ਅਰਥ ਸ਼ਾਸਤਰੀ ਉੱਚ ਵਿਆਜ ਦਰਾਂ ਦੇ ਜਵਾਬ ਦੇ ਵਿੱਚ ਚੌਥੀ ਤਿਮਾਹੀ ਦੇ ਆਰਥਿਕ ਅੰਕੜਿਆਂ ਦੇ ਵਿੱਚ ਦਰਸਾਏ ਜਾਣ ਵਾਲੇ ਅਰਥਚਾਰੇ ਵਿੱਚ ਗਿਰਾਵਟ ਦੀ ਉਮੀਦ ਕਰ ਰਹੇ ਨੇ। ਹਾਲਾਂਕਿ ਨੌਕਰੀਆਂ ਦੀ ਗਿਣਤੀ ਅਰਥ ਵਿਵਸਥਾ ਦੇ ਫਿਸਲਣ ਦਾ ਕੋਈ ਸੰਕੇਤ ਨਹੀਂ ਦਿੰਦੀ। ਪੋਰਟਰ ਨੇ ਕਿਹਾ ਹੈ ਕਿ ਸਾਡੇ ਵਿੱਚੋਂ ਜਿਹੜੇ ਇਸ ਸਾਲ ਘੱਟੋ ਘੱਟ ਮੰਦੀ ਦੀ ਉਮੀਦ ਲਗਾਈ ਬੈਠੇ ਨੇ, ਇਹ ਬੇਸ਼ੱਕ ਉਸ ਦ੍ਰਿਸ਼ਟੀਕੋਣ ਤੇ ਕੁਝ ਸ਼ੱਕ ਪੈਦਾ ਕਰਦਾ ਹੈ। ਵੇਜਸ ਲਗਾਤਾਰ 7ਵੇਂ ਮਹੀਨੇ 5.0% ਤੋਂ ਉੱਪਰ ਸਾਲ ਦਰ ਸਾਲ ਵਧਦੀਆਂ ਰਹੀਆਂ। ਵੇਜਸ ਦੇ ਵਿੱਚ 5.1% ਵਾਧਾ ਹੋਇਆ ਹੈ। ਹਾਲਾਂਕਿ ਤਨਖਾਹ ਵਾਧਾ ਅਜੇ ਵੀ ਦੇਸ਼ ਦੀ ਮਹਿੰਗਾਈ ਦਰ ਤੋਂ ਪਛੜ ਰਿਹਾ ਹੈ, ਜੋ ਨਵੰਬਰ ਦੇ ਵਿੱਚ 6.8% ਸੀ। ਦਸੰਬਰ ਦੇ ਵਿੱਚ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਵਿੱਚ ਰੁਜ਼ਗਾਰ ਵਧਿਆ। ਜੁਲਾਈ ਤੇ ਸਤੰਬਰ ਦੇ ਵਿਚਕਾਰ ਨੌਕਰੀਆਂ ਦੇ ਨੁਕਸਾਨ ਦੀ ਪੂਰੀ ਤਰ੍ਹਾਂ ਭਰਪਾਈ ਕੀਤੀ ਗਈ। ਨੌਕਰੀਆਂ ਦੀ ਰਿਪੋਰਟ ਦੇ ਵਿੱਚ ਇਹ ਵੀ ਨੋਟ ਕੀਤਾ ਗਿਆ ਕਿ 25 ਤੋਂ 54 ਸਾਲ ਦੀ ਉਮਰ ਦੀਆਂ ਔਰਤਾਂ ਦੇ ਵਿੱਚ ਰੁਜ਼ਗਾਰ ਦਰ ਪਿਛਲੇ ਮਹੀਨੇ ਰਿਕਾਰਡ ਉੱਚ ਪਹੁੰਚ ਗਈ। ਮਹੀਨਾਵਾਰ ਆਧਾਰ ਤੇ ਰੁਜ਼ਗਾਰ ਵਧਣ ਦੇ ਬਾਵਜੂਦ ਦਸੰਬਰ ਵਿੱਚ ਕੰਮ ਦੇ ਘੰਟੇ ਸਥਿਰ ਰਹੇ। ਪੋਰਟਰ ਨੇ ਕਿਹਾ ਹੈ ਕਿ ਸੰਭਾਵਤ ਤੌਰ ਤੇ ਉੱਚੀ ਬਿਮਾਰੀ ਦੀਆਂ ਦਰਾਂ ਕਾਰਨ ਸੀ। ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਕੀਤੀ ਹੈ ਕਿ ਪਿਛਲੇ ਮਹੀਨੇ 8.1% ਦੀ ਕਰਮਚਾਰੀ ਬਿਮਾਰੀ ਜਾਂ ਅਪਾਹਜਤਾ ਕਾਰਨ ਗੈਰ ਹਾਜ਼ਰ ਸਨ, ਜੋ ਕਿ ਨਵੰਬਰ ਦੇ ਵਿੱਚ 6.8% ਸੀ। ਬੈਂਕ ਆਫ ਕੈਨੇਡਾ ਨੇ ਪਹਿਲਾਂ ਦੇਸ਼ ਦੇ ਵਿੱਚ ਤੰਗ ਲੇਬਰ ਮਾਰਕੀਟ ਨੂੰ ਉੱਚ ਮਹਿੰਗਾਈ ਦੇ ਵਿੱਚ ਯੋਗਦਾਨ ਪਾਉਣ ਵਾਲੇ ਵੱਲੋਂ ਫਲੈਗ ਕੀਤਾ ਹੈ। ਕੇਂਦਰੀ ਬੈਂਕ ਨੇ ਕੀਮਤ ਵਾਧੇ ਦੀ ਰਫ਼ਤਾਰ ਨੂੰ ਘਟਾਉਣ ਤੇ ਆਰਥਿਕਤਾ ਨੂੰ ਠੰਡਾ ਕਰਨ ਦੀ ਉਮੀਦ ਦੇ ਵਿੱਚ ਵਿਆਜ ਦਰਾਂ ਨੂੰ ਹਮਲਾਵਰ ਢੰਗ ਨਾਲ ਵਧਾ ਦਿੱਤਾ ਹੈ, ਜਦੋਂ ਕਿ ਅਰਥ ਸ਼ਾਸਤਰੀ ਉਮੀਦ ਕਰਦੇ ਨੇ ਕਿ ਉੱਚ ਉਧਾਰ ਲਾਗਤਾਂ ਦੇ ਜਵਾਬ ਦੇ ਵਿੱਚ ਬੇਰੁਜ਼ਗਾਰੀ ਵਧੇਗੀ। ਹਾਲ ਹੀ ਦੇ ਮਹੀਨਿਆਂ ਵਿੱਚ ਲੇਬਰ ਮਾਰਕੀਟ ਫਲੈਕਸੀਬਲ ਰਹੀ ਹੈ। ਬੈਂਕ ਆਫ ਕੈਨੇਡਾ ਨੇ ਪਿਛਲੇ ਮਹੀਨੇ ਆਰਥਿਕਤਾ ਦੇ ਵਿਕਾਸ ਤਰੀਕੇ ਤੇ ਨਿਰਭਰ ਕਰਦਿਆਂ ਆਪਣੇ ਹਮਲਾਵਰ ਦਰ ਵਾਧੇ ਤੇ ਚੱਕਰ ਤੇ ਵਿਰਾਮ ਦਿਵਾਉਣ ਦੀ ਇੱਛਾ ਦਾ ਸੰਕੇਤ ਦਿੱਤਾ। ਹਾਲਾਂਕਿ BMO ਅਜੇ ਵੀ ਮਹੀਨੇ ਦੇ ਅੰਤ ਵਿੱਚ ਇੱਕ ਹੋਰ ਦਰ ਵਾਧੇ ਦੀ ਉਮੀਦ ਕਰਦਾ ਹੈ। ਪੋਰਟਰ ਨੇ ਕਿਹਾ ਕਿ ਨਵੇਂ ਨੌਕਰੀਆਂ ਦੀ ਰਿਪੋਰਟ ਬਹਿਸ ਨੂੰ ਬੰਦ ਨਹੀਂ ਕਰਦੀ। 2023 ਦੇ ਵਿੱਚ ਅੱਗੇ ਦੀ ਰਿਪੋਰਟ ਕੀ ਆਉਂਦੀ ਹੈ, ਨੌਕਰੀਆਂ ਦੀ ਮਾਰਕੀਟ 'ਚੋਂ ਇਸ ਤੇ ਦੇਖਣਾ ਕਾਫੀ ਅਹਿਮ ਹੋਵੇਗਾ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਅਗਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਰਮਿਆਨ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਹੋਏਗੀ, ਕਿਉਂਕਿ ਮੈਕਸੀਕੋ ਦੇ ਵਿੱਚ ਨਾਰਥ ਅਮਰੀਕਾ ਦੇਸ਼ਾਂ ਦਾ ਸਿਖਰ ਸੰਮੇਲਨ ਹੋਣ ਜਾ ਰਿਹਾ ਹੈ, ਜਿਸ ਤੋਂ ਪਹਿਲਾਂ ਇਹ ਦੋਵੇਂ ਨੇਤਾ ਅਹਿਮ ਮਾਮਲੇ ਵਿਚਾਰਨਗੇ। ਅਗਲੇ ਹਫਤੇ ਮੈਕਸੀਕੋ ਦੇ ਵਿੱਚ ਨਾਰਥ ਅਮਰੀਕਾ ਦੇਸ਼ਾਂ ਦਾ ਸਿਖਰ ਸੰਮੇਲਨ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਇਸ ਖੇਤਰ ਦੇ ਕਈ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਜਾਏਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਰਮਿਆਨ ਵੀ ਮਹੱਤਵਪੂਰਨ ਮੁਲਾਕਾਤ ਹੋਵੇਗੀ, ਜਿਸ ਦੇ ਵਿੱਚ ਕਈ ਅਹਿਮ ਮੁੱਦਿਆਂ ਤੇ ਵਿਸਥਾਰ ਦੇ ਵਿੱਚ ਗੱਲਬਾਤ ਹੋਣ ਦੀ ਉਮੀਦ ਹੈ। ਮੀਡੀਆ ਅਦਾਰਿਆਂ ਵੱਲੋਂ ਪੁਸ਼ਟੀ ਕੀਤੀ ਗਈ ਹੈ ਦੋਵਾਂ ਲੀਡਰਾਂ ਦਰਮਿਆਨ 10 ਜਨਵਰੀ ਨੂੰ ਮੀਟਿੰਗ ਹੋਵੇਗੀ। ਇਸ ਮੁਲਾਕਾਤ ਦੌਰਾਨ ਸਪਲਾਈ ਚੇਨ ਦੇ ਵਿੱਚ ਰੁਕਾਵਟਾਂ, ਆਰਥਿਕ ਸਹਿਯੋਗ ਅਤੇ ਇੰਡੋ ਪੈਸੀਫਿਕ ਨੀਤੀ ਬਾਰੇ ਦੋਵਾਂ ਨੇਤਾਵਾਂ ਵੱਲੋਂ ਗੱਲਬਾਤ ਕੀਤੀ ਜਾਏਗੀ। ਕੈਨੇਡੀਅਨ ਰਾਜਦੂਤ ਅਨੁਸਾਰ ਪ੍ਰਧਾਨ ਮੰਤਰੀ ਕੈਨੇਡਾ ਤੇ ਅਮਰੀਕਾ ਦੀ ਸਾਂਝੀ ਆਰਥਿਕਤਾ ਤੇ ਸਪਲਾਈ ਚੇਨਾਂ ਨੂੰ ਮਜ਼ਬੂਤ ਕਰਨ ਤੇ ਕਾਫੀ ਕੇਂਦਰਿਤ ਨੇ। ਉਹਨਾਂ ਕਿਹਾ ਕਿ ਲੰਘੇ ਸਾਲ ਅੰਤਰ ਨਾਰਥ ਅਮਰੀਕੀ ਦੇਸ਼ਾਂ ਦਾ ਵਪਾਰ ਰਿਕਾਰਡ ਪੱਧਰ ਤੇ ਵਧਿਆ ਹੈ ਤੇ ਗੱਲਬਾਤ ਇਸ ਚੀਜ਼ ਤੇ ਕੇਂਦਰਿਤ ਹੋਵੇਗੀ ਕਿ ਇਸ ਸਿਲਸਿਲੇ ਨੂੰ ਜਾਰੀ ਕਿਵੇਂ ਰੱਖਿਆ ਜਾ ਸਕਦਾ ਹੈ। ਟਰੂਡੋ ਅਗਲੇ ਬੁੱਧਵਾਰ ਨੂੰ ਮੈਕਸੀਕੋ ਦੇ ਰਾਸ਼ਟਰਪਤੀ ਐਂਡਰੋ ਮੈਨੂਅਲ ਲੋਪੇਜ਼ ਓਬਰਾਡਰ ਦੇ ਨਾਲ ਮੁਲਾਕਾਤ ਕਰਨਗੇ। ਕਾਬਿਲੇ ਗੌਰ ਹੈ ਕਿ ਤਿੰਨੋਂ ਮੁਲਕਾਂ ਦੇ ਆਗੂ ਅਗਲੇ ਹਫਤੇ ਮੈਕਸੀਕੋ ਦੀ ਰਾਜਧਾਨੀ ਦੇ ਵਿੱਚ ਸੰਮੇਲਨ ਦੌਰਾਨ ਕਲਾਈਮੇਟ ਚੇਂਜ, ਸਪਲਾਈ ਚੇਨ ਦੇ ਵਿੱਚ ਰੁਕਾਵਟਾਂ ਵਰਗੇ ਮਸਲਿਆਂ ਤੇ ਗੱਲਬਾਤ ਕਰਨਗੇ। 2021 ਤੋਂ ਬਾਅਦ ਇਹ ਪਹਿਲੀ ਵਾਰੀ ਹੈ ਜਦੋਂ ਤਿੰਨੇ ਲੀਡਰ ਵਿਅਕਤੀਗਤ ਤੌਰ ਤੇ ਮੁਲਾਕਾਤ ਕਰ ਰਹੇ ਨੇ। ਮੈਕਸੀਕਨ ਸਰਕਾਰ ਅਨੁਸਾਰ ਇਹ ਸੰਮੇਲਨ ਰਸਮੀ ਗੱਲਬਾਤ ਅਤੇ ਗੈਰ ਰਸਮੀ ਮੁਲਾਕਾਤਾਂ ਦੇ ਨਾਲ ਹੀ ਚੱਲਦੀ ਰਹੇਗੀ। ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਮੀਦ ਹੈ ਕਿ ਬਾਈਡਨ ਦੇ ਨਾਲ ਹੋਣ ਵਾਲੀ ਦੁਵੱਲੀ ਬੈਠਕ ਵਿੱਚ ਕਈ ਤਰ੍ਹਾਂ ਦੇ ਆਰਥਿਕ ਅਤੇ ਗਲੋਬਲ ਮੁੱਦੇ ਸਾਹਮਣੇ ਆਉਣਗੇ ਤੇ ਚਰਚਾ ਲਈ ਵਿਸ਼ਿਆਂ ਦੀ ਸੂਚੀ ਵਿੱਚ ਯੂਕਰੇਨ ਇੱਕ ਅਹਿਮ ਮੁੱਦਾ ਹੋਵੇਗਾ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਆਖਿਰਕਾਰ ਓਨਟਾਰੀਓ NDP ਨੂੰ ਆਪਣਾ ਨਵਾਂ ਲੀਡਰ ਮਿਲ ਹੀ ਗਿਆ। ਮੈਰਿਟ ਸਟਾਈਲਸ ਨੂੰ ਕਿਹਾ ਜਾ ਰਿਹਾ ਕਿ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਨੇ ਤੇ ਅਗਲੇ ਮਹੀਨੇ ਹੋਣ ਵਾਲੇ ਸੈਸ਼ਨ ਦੇ ਵਿੱਚ ਉਹ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣਗੇ। ਓਨਟਾਰੀਓ ਵਿੱਚ NDP ਪਾਰਟੀ ਦੇ ਸਾਬਕਾ ਲੀਡਰ ਅਤੇ ਹੈਮਿਲਟਨ ਦੇ ਮੇਅਰ ਐਂਡਰੀਆ ਹਾਵਰਥ ਦੇ ਵੱਲੋਂ ਪ੍ਰੋਵਿੰਸ਼ੀਅਲ ਚੋਣਾਂ ਦੇ ਵਿੱਚ ਪਾਰਟੀ ਨੂੰ ਮਿਲੀ ਨਿਰਾਸ਼ਾਜਨਕ ਹਾਰ ਤੋਂ ਬਾਅਦ ਪਾਰਟੀ ਆਗੂ ਦਾ ਅਹੁਦਾ ਛੱਡ ਸਿਟੀ ਕੌਂਸਲ ਦੀ ਸਿਆਸਤ ਵਿੱਚ ਪੈਰ ਰੱਖਿਆ ਗਿਆ ਸੀ। ਇਸ ਦੇ ਬਾਅਦ NDP ਵੱਲੋਂ ਨਵੇਂ ਲੀਡਰ ਦੀ ਤਲਾਸ਼ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਪਰ ਲੀਡਰਸ਼ਿਪ ਦੌੜ ਦੇ ਵਿੱਚ ਸਿਰਫ ਮੈਰਿਟ ਸਟਾਈਲਸ ਦੇ ਵੱਲੋਂ ਦਿਲਚਸਪੀ ਦਿਖਾਈ ਗਈ। ਹੋਰ ਕਿਸੇ ਵੀ ਲੀਡਰ ਵੱਲੋਂ ਲੀਡਰਸ਼ਿਪ ਰੇਸ ਦੇ ਵਿੱਚ ਨਾ ਆਉਣ ਦਾ ਫੈਸਲਾ ਕੀਤਾ ਗਿਆ। ਇਸ ਦੇ ਬਾਅਦ ਪਾਰਟੀ ਨੇ ਮੈਰਿਟ ਸਟਾਈਲਸ ਨੂੰ ਆਪਣਾ ਨਵਾਂ ਆਗੂ ਚੁਣਨ ਦੀ ਪੁਸ਼ਟੀ ਕਰ ਦਿੱਤੀ ਹੈ। ਬੇਸ਼ੱਕ ਪਾਰਟੀ ਵੱਲੋਂ 4 ਮਾਰਚ ਨੂੰ ਲੀਡਰਸ਼ਿਪ ਰੇਸ ਲਈ ਵੋਟਿੰਗ ਕਰਾਉਣ ਦਾ ਐਲਾਨ ਕੀਤਾ ਗਿਆ ਸੀ, ਪਰ ਉਮੀਦਵਾਰ ਨਾ ਹੋਣ ਕਾਰਨ ਸਰਬਸੰਮਤੀ ਨਾਲ ਨਵੇਂ ਲੀਡਰ ਚੁਣ ਲਈ ਗਈ।
ਪ੍ਰੋਵਿੰਸ਼ੀਅਲ ਕਾਉਂਸਲ ਦੇ ਵੱਲੋਂ 4 ਫਰਵਰੀ ਨੂੰ ਉਸ ਦੇ ਨਾਂ ਤੇ ਮੋਹਰ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ। ਲੀਡਰ ਚੁਣੇ ਜਾਣ ਤੋਂ ਬਾਅਦ 21 ਫਰਵਰੀ ਨੂੰ ਵਿਧਾਨ ਸਭਾ ਦਾ ਕੰਮਕਾਜ ਮੁੜ ਸ਼ੁਰੂ ਹੋਵੇਗਾ, ਜਿਸ ਵਿੱਚ ਅੰਤਰੀਮ ਆਗੂ ਪੀਟਰ ਟਬਾਰਨਸ ਦੀ ਥਾਂ ਸਟਾਈਲਸ ਦੇ ਵੱਲੋਂ ਪਾਰਟੀ ਲੀਡਰ ਅਤੇ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਸੰਭਾਲਿਆ ਜਾਏਗਾ। ਓਨਟਾਰੀਓ NDP ਪ੍ਰੈਜ਼ੀਡੈਂਟ ਜਨਰਲ ਬ੍ਰੈਡੀ ਨੇ ਆਖਿਆ ਹੈ ਕਿ ਪ੍ਰੋਵਿੰਸ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਨਵਾਂ ਲੀਡਰ ਅਹਿਮ ਭੂਮਿਕਾ ਅਦਾ ਕਰੇਗਾ, ਜਿਸ ਵੱਲੋਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਲੋਕਾਂ ਦੇ ਮੁੱਦਿਆਂ ਦੀ ਆਵਾਜ਼ ਜ਼ੋਰ-ਸ਼ੋਰ ਨਾਲ ਚੁੱਕੀ ਜਾਵੇਗੀ। ਕਾਬਿਲੇ ਗੌਰ ਹੈ ਕਿ ਓਨਟਾਰੀਓ ਦੇ ਵਿੱਚ NDP ਵੱਲੋਂ ਸੱਤਾ ਹਾਸਲ ਕਰਨ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਪਾਰਟੀ ਫਿਲਹਾਲ ਤੀਜੇ ਤੋਂ ਦੂਜੇ ਸਥਾਨ ਤੇ ਹੀ ਪਹੁੰਚ ਸਕੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। 5 ਜਨਵਰੀ ਨੂੰ ਖਾਲਸਾ ਕਮਿਊਨਿਟੀ ਸਕੂਲ ਬ੍ਰੈਂਪਟਨ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਬੜੇ ਹੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ, ਜਿਸ ਦੇ ਵਿੱਚ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਤੇ ਭਾਸ਼ਣ ਦੇ ਵਿੱਚ ਭਾਗ ਲਿਆ। ਵਿਦਿਆਰਥੀਆਂ ਨੇ ਗੁਰੂ ਸਾਹਿਬ ਦੀ ਜੀਵਨੀ ਤੇ ਉਹਨਾਂ ਦਾ ਸੰਸਾਰ ਨੂੰ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਵੇ ਤੇ ਸੁਨੇਹੇ ਬਾਰੇ ਚਾਨਣਾ ਪਾਇਆ। ਗੁਰੂ ਜੀ ਨੇ ਧਰਮ ਯੁੱਧ ਕਰਕੇ ਸਦੀਆਂ ਤੋਂ ਲਤਾੜੇ ਜਾ ਰਹੇ ਲੋਕਾਂ ਦੇ ਗਲਾਂ 'ਚੋਂ ਗੁਲਾਮੀ ਦਾ ਫੰਦਾ ਲਾਇਆ। ਪ੍ਰੋਗਰਾਮ ਦੀਆਂ ਸਾਰੀਆਂ ਸੇਵਾਵਾਂ ਵਿਦਿਆਰਥੀਆਂ ਦੇ ਵੱਲੋਂ ਹੀ ਨਿਭਾਈਆਂ ਗਈਆਂ। ਮੇਰੀ ਸਪੀਚ ਦਾ ਵਿਸ਼ਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਪਹਿਲੇ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਸਿੱਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਅਤੇ ਖਾਲਸੇ ਦੇ ਸੰਕਲਪ ਤੱਕ ਪਹੁੰਚਦਿਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਦੇ ਜੀ ਜਾਮ ਪੀਣੇ ਪਏ। ਕੌਮ ਨੂੰ ਸ਼ਹੀਦੀਆਂ ਪਾਉਣ ਦਾ ਜਜ਼ਬਾ ਤਾਂ ਬਾਲ ਗੋਬਿੰਦ ਨੂੰ ਬਚਪਨ ਤੋਂ ਹੀ ਸੀ। ਜਦੋਂ 9 ਸਾਲ ਦੀ ਉਮਰ ਵਿੱਚ ਪਿਤਾ ਗੁਰੂ ਤੇਗ ਬਹਾਦਰ ਜੀ ਨੂੰ ਬਲੀਦਾਨ ਦੇਣ ਵਾਸਤੇ ਕਿਹਾ ਸੀ, ਗੁਰੂ ਗੋਬਿੰਦ ਸਿੰਘ ਜੀ ਦੇ ਮਾਨਵ ਪਿਆਰ, ਕੁਰਬਾਨੀ, ਸੇਵਾ ਅਤੇ ਅਡੋਲ ਅਵਸਥਾ ਦਾ ਅਦਭੁਤ ਨਮੂਨਾ ਸਾਰਾ ਸਰਬੰਸ ਵਾਰ ਕੇ ਵੀ ਉਹਨਾਂ ਦੇ ਇਹ ਕਹਿਣ ਤੇ ਵੇਖਿਆ ਜਾ ਸਕਦਾ ਹੈ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤਚਾਰ, चार मुँह तो क्या हुआ जीवत के हजार। सरबंस दानी परम मनुख मर्द अगमड़ा दीन दुखी दे दाते दसम पातशाह ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਅਤੇ ਅਲੌਕਿਕ ਸ਼ਖਸੀਅਤ ਦਾ ਧਿਆਨ ਆਉਂਦਿਆਂ ਹੀ ਮੂੰਹ ਵਿੱਚੋਂ ਆਪ ਮੁਹਾਰੇ ਵਾਹ ਵਾਹ ਨਿਕਲ ਆਉਂਦੀ ਹੈ। ਕੇਵਲ 42 ਸਾਲ ਦੇ ਸੰਸਾਰਿਕ ਯਾਤਰਾ ਦੇ ਦੌਰਾਨ ਆਪ ਜੀ ਨੇ ਇੰਨੇ ਮਹਾਨ ਕਾਰਨਾਮੇ ਕੀਤੇ ਕਿ ਸੰਸਾਰ ਦੇ ਇਤਿਹਾਸ ਵਿੱਚ ਆਪ ਜੀ ਵਰਗੀ ਮਹਾਨ ਸ਼ਖਸੀਅਤ ਲੱਭਣੀ ਮੁਸ਼ਕਿਲ ਹੋ ਜਾਂਦੀ ਹੈ। ਇੱਕ ਹੀ ਵਿਅਕਤੀ ਵਿੱਚ ਸਾਰੇ ਗੁਣ ਅਤੇ ਵਿਸ਼ੇਸ਼ਤਾਵਾਂ ਮਿਲਣੀਆਂ ਕਠਿਨ ਹਨ, ਪਰ ਦਸ਼ਮੇਸ਼ ਜੀ ਦੀ ਮੁਕੰਮਲ ਸ਼ਖਸੀਅਤ ਨੇ ਹਰ ਖੇਤਰ ਵਿੱਚ ਕਮਾਲ ਹਾਸਲ ਕੀਤਾ। ਆਪ ਧਰਮ ਅਤੇ ਧਰਮੀ ਪੁਰਖਾਂ ਦੇ ਰੱਖਿਅਕ, ਦੁਸ਼ਟਾਂ ਦਾ ਨਾਸ਼ ਕਰਨ ਵਾਲੇ ਅਤੇ ਸਮੁੱਚੀ ਮਾਨਵ ਜਾਤੀ ਦੇ ਹਮਦਰਦ, ਗ੍ਰਹਿਸਤ ਵਿੱਚ ਮਹਾਨ ਤਿਆਗੀ ਅਤੇ ਸਰਬੰਸਦਾਨੀ ਸਨ। ਸਦੀਆਂ ਤੋਂ ਲਤਾੜੇ ਜਾ ਰਹੇ ਨੀਚਾਂ ਨੂੰ ਆਪ ਜੀ ਨੇ ਉੱਚ ਬਣਾ ਦਿੱਤਾ। ਲੋਕਾਂ ਵਿੱਚ ਚੜ੍ਹਦੀ ਕਲਾ ਅਤੇ ਉਤਸ਼ਾਹ ਭਰਪੂਰ ਜੀਵਨ ਲਈ ਵੀਰ ਸਾਹਿਤ ਰਚਿਆ। ਆਪ ਜੀ ਨੇ ਭਗਤੀ ਅਤੇ ਸ਼ਕਤੀ, ਤੇਗ ਅਤੇ ਕਲਮ ਦੋਵਾਂ ਦੀਆਂ ਤਾਰਾਂ ਚਲਾਈਆਂ ਅਤੇ ਸੰਤ ਸਿਪਾਹੀ, ਸੂਰਮੇ, ਭਗਤ, ਕਵੀ ਅਤੇ ਦਾਰਸ਼ਨਿਕ ਪੈਦਾ ਕੀਤੇ। ਆਪ ਖੁਦ 4 ਭਾਸ਼ਾਵਾਂ ਦੇ ਮਹਾਨ ਕਵੀ ਸਨ। ਬ੍ਰਿਜ, ਫਾਰਸੀ, ਉਰਦੂ ਅਤੇ ਪੰਜਾਬੀ ਵਿੱਚ ਕੀਤੀ। ਆਪ ਜੀ ਦੀ ਕਾਵ ਰਚਨਾ ਆਕਾਰ, ਪ੍ਰਕਾਰ ਅਤੇ ਮਿਆਰ ਦੇ ਲਿਹਾਜ਼ ਨਾਲ ਅਤ ਵਿਸ਼ਾਲ ਤੇ ਮਹਾਨ ਹੈ। ਜਿੱਥੇ ਦਸਮ ਪਾਤਸ਼ਾਹ ਨਿਪੁੰਨ ਯੋਧੇ ਸਨ, ਉੱਥੇ ਇੱਕ ਮਹਾਨ ਜਰਨੈਲ ਵੀ ਸਨ। ਸ਼ਾਇਦ ਹੀ ਕੋਈ ਅਜਿਹਾ ਜਰਨੈਲ ਹੋਵੇ ਜਿਸ ਨੂੰ ਇੰਨੀਆਂ ਔਕੜਾਂ ਦਾ ਮੁਕਾਬਲਾ ਕਰਨਾ ਪਿਆ ਹੋਵੇ ਜਿੰਨੀਆਂ ਕਿ ਦਸਮ ਪਿਤਾ ਨੂੰ ਕਰਨਾ ਪਿਆ। ਜਿੱਥੇ ਇਸ ਦੇ ਨਾਲ ਹੀ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।